ਇਹ ਤਸਵੀਰਾਂ ਲੁਧਿਆਣਾ ਦੇ ਪਿੰਡ ਸੁਧਾਰ ਦੀਆਂ ਨੇ, ਜਿੱਥੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ, ਗਲਾ ਘੋਟ ਕੇ ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ। ਤਾਂ ਫਿਰ ਉਸ ਤੋਂ ਬਾਅਦ ਉਹ ਇੱਥੋਂ ਤੱਕ ਹੀ ਨਹੀਂ ਰੁਕਿਆ, ਉਸਨੇ ਨਹਿਰ ਦੇ ਵਿੱਚੋਂ ਲਾਸ਼ ਕੱਢੀ ਤੇ ਉਸ ਨੂੰ ਅੱਧ ਸੜਿਆ ਕਰਕੇ ਜੋ ਵਾੜਾ ਹੁੰਦਾ ਪਸ਼ੂਆਂ ਵਾਲਾ ਉਸ ਦੇ ਵਿੱਚ ਦੱਬ ਦਿੱਤੀ। ਤਾਂ ਉਸ ਤੋਂ ਬਾਅਦ ਜੋ ਲੜਕੀ ਦੇ ਪਰਿਵਾਰ ਵਾਲੇ ਨੇ ਸ਼ਿਕਾਇਤ ਉਹਨਾਂ ਦੀ ਦਰਜ ਕਰਵਾਈ ਹੋਈ ਸੀ, ਕਿਉਂਕਿ ਲੜਕੀ ਕਾਫੀ ਦਿਨਾਂ ਤੋਂ ਗਾਇਬ ਸੀਗੀ। ਤਾਂ ਅਜਿਹੇ ਦੇ ਵਿੱਚ ਜਦੋਂ ਫੋਨ ਕਾਲ ਜਿਹੜੀ ਪੁਲਿਸ ਦੇ ਵੱਲੋਂ ਖੰਗਾਲੀਆਂ ਗਈਆਂ ਤਾਂ ਜਿਹੜੀ ਪਛਾਣ ਹੁੰਦੀ ਆ ਜੋ ਦੋਸ਼ੀ ਨੇ ਪਰਮਪ੍ਰੀਤ ਸਿੰਘ, ਇਸ ਤੋਂ ਇਲਾਵਾ ਉਸ ਦਾ ਦੋਸਤ ਏਕਮਪ੍ਰੀਤ, ਉਹਨਾਂ ਦੇ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੇ ਮੌਕੇ ਤੇ ਨਿਸ਼ਾਨਦੇਹੀ ਤੇ ਲੜਕੀ ਦੀ ਲਾਸ਼ ਜਿੱਥੇ ਦੱਬੀ ਹੋਈ ਸੀ ਉਹ ਕਢਵਾ ਲਈ ਜਾਂਦੀ ਹੈ। ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲੁਧਿਆਣਾ ਦੇ ਸੁਧਾਰ ਪਿੰਡ ਹੈਗੇ, ਜਿੱਥੇ ਦਿਲ ਨੂੰ ਦਹਿਲਾਉਣ ਵਾਲੀ ਇਹ ਘਟਨਾ ਵਾਪਰੀ ਹੈਗੀ ਆ। ਵਿਆਹ ਦਾ ਝਾਂਸਾ ਦੇ ਕੇ ਲੜਕੀ ਜਸਪਿੰਦਰ ਕੌਰ, ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ, ਉਸ ਨੂੰ ਬੁਲਾ ਲਿਆ ਜਾਂਦਾ। ਉਸ ਤੋਂ ਬਾਅਦ ਉਸ ਦਾ ਗਲਾ ਘੋਟ ਦਿੱਤਾ ਜਾਂਦਾ ਦੋ ਦੋਸਤਾਂ ਦੁਆਰਾ। ਜੋ ਉਸ ਦਾ ਪ੍ਰੇਮੀ ਸੀ ਪਰਮਪ੍ਰੀਤ ਅਤੇ ਉਸ ਦਾ ਦੋਸਤ ਏਕਮਪ੍ਰੀਤ, ਉਹਨਾਂ ਦੇ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਤਾਂ ਉਸ ਦੀ ਲਾਸ਼ ਜਿਹੜੀ ਨਹਿਰ ਦੇ ਵਿੱਚ ਸੁੱਟ ਦਿੱਤੀ ਜਾਂਦੀ ਆ। ਹਾਲਾਂਕਿ ਨਹਿਰ ਦੇ ਵਿੱਚੋਂ ਲਾਸ਼ ਕੱਢ ਕੇ ਉਸ ਤੋਂ ਬਾਅਦ ਉਸ ਲੜਕੀ ਨੂੰ ਮਚਾਇਆ ਜਾਂਦਾ, ਸਾੜਿਆ ਜਾਂਦਾ ਤੇ ਉਸ ਦੀ ਅੱਧ ਸੜੀ ਜਿਹੜੀ ਲਾਸ਼ ਆ ਉਹ ਆਪਣੇ ਹੀ ਜੋ ਪਸ਼ੂਆਂ ਵਾਲਾ ਵਾੜਾ ਹੁੰਦਾ, ਤਬੇਲਾ ਜਿਸ ਨੂੰ ਇੱਕ ਤਰ੍ਹਾਂ ਕਹਿ ਦਿੱਤਾ ਜਾਂਦਾ, ਉਸ ਦੇ ਜਿਹੜੇ ਪਿਛਲੇ ਪਾਸੇ ਜੋ ਜਗ੍ਹਾ ਬਣੀ ਸੀ ਉੱਥੇ ਦੱਬ ਦਿੱਤੀ। ਤਾਂ ਨੂਣ ਪਾ ਕੇ ਉੱਥੇ ਲਾਸ਼ ਦੱਬੀ ਗਈ ਆ। ਤਾਂ ਦਿਲ ਨੂੰ ਦਹਿਲਾਉਣ ਵਾਲੀਆਂ ਇਹ ਤਸਵੀਰਾਂ ਨੇ ਕਿ ਆਖਿਰਕਾਰ ਕੋਈ ਮਨੁੱਖ ਜੋ ਇਨਸਾਨ ਹੈ ਇਸ ਤਰ੍ਹਾਂ ਕਿਵੇਂ ਕਰ ਸਕਦਾ। ਤਾਂ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ। 24 ਸਾਲਾ ਜਿਹੜੀ ਲੜਕੀ ਸੀਗੀ ਜਸਪਿੰਦਰ ਕੌਰ, ਤਾਂ ਕਾਫੀ ਦਿਨਾਂ ਤੋਂ ਘਰ ਤੋਂ ਲਾਪਤਾ ਸੀਗਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਤਾਂ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਹੀ ਇਹ ਕਾਰਵਾਈ ਕੀਤੀ ਗਈ ਸੀਗੀ। ਤਾਂ ਪੁਲਿਸ ਦੁਆਰਾ ਮੋਬਾਈਲ ਫੋਨ ਜਿਹੜੇ ਟਰੈਕ ਕੀਤੇ ਗਏ, ਉਸ ਤੋਂ ਬਾਅਦ ਇਸ ਅੰਜਾਮ ਤੱਕ ਪਹੁੰਚਿਆ ਗਿਆ ਕਿ ਜਿਹੜੀ ਪੂਰੀ ਸ਼ੱਕ ਦੀ ਸੂਈ ਹੈ ਉਸ ਲੜਕੀ ਦਾ ਜੋ ਪ੍ਰੇਮੀ ਸੀਗਾ ਪਰਮਪ੍ਰੀਤ, ਉਸ ਤੇ ਪਹੁੰਚਦੀ ਆ। ਤਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਦੀ ਨਿਸ਼ਾਨਦੇਹੀ ਤੇ ਜਿੱਥੇ ਵਾੜੇ ਦੇ ਵਿੱਚ ਲਾਸ਼ ਦੱਬੀ ਹੋਈ ਸੀ ਉਸ ਨੂੰ ਕੱਢ ਲਿਆ ਜਾਂਦਾ। ਤਾਂ JCB ਦੇ ਨਾਲ ਉਸ ਲਾਸ਼ ਨੂੰ ਕੱਢਿਆ ਜਾਂਦਾ, ਕਿਉਂਕਿ ਕਰੀਬ 2 ਦਿਨਾਂ ਤੋਂ ਇਹ ਲਾਸ਼ ਦੱਬੀ ਹੋਈ ਸੀਗੀ। ਅਜਿਹੇ ਦੇ ਵਿੱਚ ਹੁਣ ਤੱਕ 4 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਤਾਂ ਮੁੱਖ ਤੌਰ ਤੇ ਜਿਵੇਂ ਅਸੀਂ ਦੱਸ ਰਹੇ ਹਾਂ ਪਰਮਪ੍ਰੀਤ ਅਤੇ ਏਕਮਪ੍ਰੀਤ, ਤੇ ਇਸ ਤੋਂ ਇਲਾਵਾ 2 ਦੋਸਤ ਹੋਰ ਸਨ ਜਿਨ੍ਹਾਂ ਨੇ ਲਾਸ਼ ਦੱਬਣ ਦੇ ਵਿੱਚ ਮਦਦ ਕੀਤੀ ਆ। ਤਾਂ ਅਜਿਹੇ ਦੇ ਵਿੱਚ ਜਿਸ ਨੇ ਲਾਸ਼ ਦੱਬੀ ਆ, ਜਿਹੜਾ ਦੋਸ਼ੀ ਆ, ਉਸ ਦਾ ਕੀ ਕਹਿਣਾ ਉਹ ਤੁਸੀਂ ਸੁਣੋ। ਇਹ ਤੇਰੇ ਤੇ ਕਿਉਂ ਦਬਾਅ ਮੈਂ ਤਾਂ ਛੋਟਾ ਸੀਗਾ ਜੀ। ਹਾਂ, ਤੇ ਉਹਦੇ ਮੰਮੀ ਤੇ ਹੋਰ ਸੀਗੇ ਜਿਵੇਂ ਮਿਲੇ ਹੋਏ ਸੀਗੇ ਜੀ। ਅੱਛਾ। ਮੇਰੇ ਮਾਮੇ ਦੇ ਮੁੰਡੇ ਨੂੰ ਤੇ ਉਹਦੇ ਮਾਮੇ ਦੀ ਕੁੜੀ ਨੂੰ ਪਤਾ ਸੀਗਾ ਜੀ। ਮੈਂ ਇਕੱਲਾ ਸੀਗਾ ਜੀ। ਅੱਛਾ। ਹਾਂਜੀ। ਤੁਸੀਂ ਕਿਸੇ ਹੋਰ ਨਾਲ ਗੱਲਬਾਤ ਸੀ? ਬਹੁਤ ਜਣੇ ਨਾਲ ਸੀਗੀ ਜੀ। ਅੱਛਾ। ਤੂੰ ਰੋਕਦਾ ਸੀ? ਨਹੀਂ, ਪਹਿਲਾਂ ਤਾਂ ਮੈਂ ਰੋਕਦੇ, ਤੋਂ ਬਾਅਦ ਫਿਰ ਮੈਂ ਹਟ ਗਿਆ ਸੀ, ਫਿਰ ਮੈਂ ਆਪ ਹੀ ਪਿੱਛੇ ਹਟਣ ਲੱਗ ਗਿਆ ਸੀਗਾ ਜੀ। ਤੇ ਨਾਲੇ ਮਤਲਬ ਜਦੋਂ 7ਵੀਂ ਚ ਪੜ੍ਹਦੀ ਸੀ ਉਦੋਂ ਦੀ ਤੁਹਾਡੀ ਆਪਸ ਚ? ਉਦੋਂ ਤਾਂ ਉਹ ਵੀ ਉਹਨੇ ਪੁੱਛਿਆ ਸੀਗਾ ਜੀ ਮੈਨੂੰ, ਕਹਿੰਦੇ ਮੈਂ ਫਿਰ ਵੀ ਡਰਦਾ, ਮੈਨੂੰ ਕਹਿੰਦੀ ਮੇਰੀ ਭਾਬੀ ਆ। ਮੈਂ ਕਿਹਾ ਵੀ ਘਰੇ ਪਤਾ ਲੱਗ ਜਾਊ, ਕਹਿੰਦੀ ਮੇਰੀ ਭਾਬੀ, ਉਹ ਕਹਿੰਦੀ ਕੁਛ ਨਹੀਂ ਹੁੰਦਾ। ਹਾਂ, ਮੇਰੀ ਭਾਬੀ ਸਿਖਾਉਂਦੀ ਆ ਮੈਨੂੰ ਸਾਰਾ ਕੁਝ। ਅੱਛਾ। ਤੇ ਹੁਣ ਤੇਰੀ ਕਿੰਨੀ ਉਮਰ ਆ? ਮੇਰੀ 21 ਸਾਲ ਜੀ। ਕੀ ਹੋਇਆ ਕੀ ਸੀਗਾ ਜਿਹਦੇ ਕਰਕੇ ਤੈਨੂੰ ਇਹ ਕੁੜੀ ਨੂੰ ਮਾਰਨਾ ਪਿਆ? ਮੈਨੂੰ ਬਲੈਕਮੇਲ ਕਰਦੀ, ਤੈਨੂੰ ਮੈਂ ਘਰੋਂ ਚੁਕਾ ਦੂੰਗੀ ਆਏ ਜਿਉਂ ਜੀ। ਤੇ ਤੇਰੇ ਨਾਲ ਹੀ ਸੀਗੀ ਪਹਿਲਾਂ ਗੱਲਬਾਤ ਪੂਰੀ? ਨਹੀਂ, ਗੱਲਬਾਤ ਪਹਿਲਾਂ ਨਹੀਂ ਸੀਗੀ, ਪਹਿਲਾਂ ਛੋਟੇ ਹੁੰਦੇ ਸੀ, ਦੁਬਾਰਾ ਤਾਂ ਹੈ ਨਹੀਂ ਸੀਗੀ ਜੀ। ਹਾਂ। ਜਦੋਂ ਮੈਨੂੰ ਬਲੈਕਮੇਲ ਕਰਦੀ, ਮੈਂ ਤੇਰਾ ਨਾਮ ਲਿਖ ਕੇ ਮਰ ਜਾਊਂਗੀ। ਨਹੀਂ, ਉਹ ਕਿਉਂ ਕਹਿੰਦੀ ਸੀ ਬਲੈਕਮੇਲ ਕਿਉਂ ਕਰਦੀ ਸੀਗੀ? ਤੁਹਾਡੀ ਆਪਸ ਹੋ ਗਈ ਸੀ ਗੱਲਬਾਤ ਲਿਵ ਰਿਲੇਸ਼ਨ ਦੀ? ਨਹੀਂ, ਇਸ ਸਾਰਾ ਕੁਝ ਕਲੀਅਰ ਸੀਗਾ ਜੀ। ਹਾਂ। ਤਾਂ ਕੋਈ ਹੋਰ ਫਰੈਂਡ ਸੀਗਾ, ਮੈਨੂੰ ਕਹਿੰਦਾ ਤੂੰ ਮੇਰਾ ਮਦਦ ਨਹੀਂ ਕਰਦਾ ਹੈਗਾ, ਤਾਂ ਇਸ ਲਈ ਤੇ ਬਸ ਜਸਟ ਫਰੈਂਡ ਸੀਗੇ ਜੀ। ਅੱਛਾ। ਮੈਂ ਕਿਹਾ ਜੀ ਤੂੰ ਜੇ ਮੇਰੀ ਮਦਦ ਨਾ ਕਰੀ ਮੈਂ ਤੇਰਾ ਨਾਮ ਲਿਖ ਕੇ ਮਰ ਜਾਣਾ ਹੈ ਜਿਉਂ। ਤੇਰੇ ਨਾਲ ਕੋਈ ਪ੍ਰੇਮ ਸੰਬੰਧ ਨਹੀਂ ਸੀ? ਨਹੀਂ ਜੀ। ਹਾਂ, ਰਿਸ਼ਤੇਦਾਰੀ ਸੀਗੀ ਤੁਹਾਡੀ ਆਪਸ ਚ? ਹਾਂਜੀ। ਤੇ ਫਿਰ ਕੀ ਕੀਤਾ ਤੂੰ ਇਹਦੇ ਨਾਲ? ਬਸ ਫਿਰ ਹਟੇ ਜੀ, ਬਹੁਤ ਸਮਝਾਇਆ ਜੀ ਘਰੇ ਛੱਡਣ ਨਹੀਂ ਜੀ। ਮੈਨੂੰ ਕਹਿੰਦੇ ਨਹਿਰ 'ਚ ਮੇਰੇ ਨਾਲ ਛਾਲ ਮਾਰ। ਹਾਂ। ਤੇ ਦੁਬਾਰਾ ਫਿਰ ਕਹਿੰਦੇ ਮੇਰਾ ਗਲਾ ਘੁੱਟ ਦੇ। ਮੈਂ 2-3 ਵਾਰ ਟਰਾਈ ਮਾਰੀ, ਨਹੀਂ ਹੋਇਆ ਜੀ। ਮੁੜ ਕੇ ਤੀਜੀ ਚੌਥੀ ਵਾਰ ਹੋ ਗਿਆ ਸੀਗਾ ਜੀ। ਅੱਛਾ। ਫਿਰ ਨਾਲ ਤੇਰੇ ਕੌਣ ਕੌਣ ਸੀ? ਮੈਂ ਤੇ ਇੱਕ ਮੁੰਡਾ ਹੋਰ ਸੀਗਾ ਜੀ। ਅੱਛਾ, 4 ਜਣੇ ਸੀਗੇ ਤੁਸੀਂ? ਨਹੀਂ, 2 ਜਾਣੇ ਸੀਗੇ ਜੀ ਉਦੋਂ। ਜਿਨ੍ਹਾਂ ਨੇ ਇੱਥੇ ਲੈ ਕੇ ਫਿਰ ਮਾਰਿਆ ਉਹਨੂੰ? ਨਹੀਂ, ਉੱਧਰ ਮਾਰੀ ਸੀਗੀ ਰਾਏਕੋਟ ਰੋਡ ਤੋਂ ਨਹਿਰ ਤੇ ਜੀ। ਅੱਛਾ। ਇੱਥੇ ਆ ਕੇ ਫਿਰ ਸਾਰਿਆ ਸੀ? ਫਿਰ ਸਾੜ ਕੇ ਦੱਬਿਆ? ਹਾਂਜੀ। ਤਾਂ ਤੁਸੀਂ ਲੜਕੇ ਦਾ ਬਿਆਨ ਸੁਣਿਆ ਗਿਆ।
ਹਾਲਾਂਕਿ ਜਿਹੜਾ ਉਸਨੇ ਜੁਰਮ ਕੀਤਾ ਉਹ ਵੀ ਕਬੂਲ ਲਿਆ ਗਿਆ। ਅਜਿਹੇ ਦੇ ਵਿੱਚ ਉਸਦੇ ਵੱਲੋਂ ਪੂਰੀ ਕਹਾਣੀ ਵੀ ਦੱਸੀ ਗਈ ਆ ਕਿ ਕਿਸ ਤਰ੍ਹਾਂ ਜਿਹੜੇ ਆਪਣਾ ਉਸਨੇ ਬਚਾਅ ਕਰਦਿਆਂ ਇਹ ਕਿਹਾ ਕਿ ਲੜਕੀ ਦੇ ਵੱਲੋਂ ਦਬਾਅ ਪਾਇਆ ਜਾ ਰਿਹਾ ਸੀਗਾ। ਹਾਲਾਂਕਿ ਜੇਕਰ ਦਬਾਅ ਪਾਇਆ ਵੀ ਜਾ ਰਿਹਾ ਸੀਗਾ, ਪਰ ਇਹ ਕਿਸ ਕਦਰ ਜਿਹੜੀ ਇਹ ਗੱਲ ਸਹੀ ਹੈਗੀ ਹੈ ਕਿ ਕਿਸੇ ਲੜਕੀ ਦਾ ਕਤਲ ਕਰ ਦੇਣਾ, ਕਤਲ ਹੀ ਨਹੀਂ ਬੜੀ ਹੀ ਬੇਰਹਿਮੀ ਦੇ ਨਾਲ ਉਸ ਨੂੰ ਮਾਰ ਦੇਣਾ, ਉਸ ਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦੇਣਾ, ਉਸ ਤੋਂ ਬਾਅਦ ਸਾੜ ਕੇ ਦੱਬ ਦੇਣਾ। ਤਾਂ ਅਜਿਹੇ ਦੇ ਵਿੱਚ ਜੋ ਮੌਕੇ ਤੇ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਦੇ ਦੁਆਰਾ ਲਾਸ਼ ਕੱਢੀ ਗਈ ਆ, ਉਹਨਾਂ ਦਾ ਕੀ ਕਹਿਣਾ ਇੱਕ ਵਾਰ ਉਹ ਵੀ ਤੁਸੀਂ ਸੁਣੋ। ਪਿੰਡ ਰਸੂਲਪੁਰ ਦੀ ਇਹਦੀ ਅਬਾਊਟ 24 ਉਮਰ ਸੀ ਇਹਦੀ ਸਾਲ। ਇਹ 24 ਤਰੀਕ ਨੂੰ ਐਸਐਚਓ ਕੋਲ ਇਹਦੀ ਕੰਪਲੇਂਟ ਆਈ ਸੀ ਮਿਸਿੰਗ ਦੀ, ਵੀ ਲੜਕੀ ਜਿਹੜੀ ਚਲੀ ਗਈ ਆ, ਕਿਤੇ ਪਤਾ ਨਹੀਂ ਲੱਗ ਰਿਹਾ। ਉਹਨੂੰ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤਾ, ਸੀਡੀਆਰ ਵੇਖੀ ਤਾਂ ਸਾਨੂੰ ਜਿਹੜਾ ਹੈਗਾ ਇਹਦਾ ਚਾਚਾ ਹੋ ਜਿਹੜਾ ਮੁੰਡਾ ਸੁਧਾਰ ਦਾ, ਕੀ ਉਹਦਾ ਨਾਮ ਹੈਗਾ ਸਿੰਘ, ਹਾਂਜੀ ਪਰਮਪ੍ਰੀਤ ਸਿੰਘ ਜੀ, ਉਹਦੇ ਨਾਲ ਮੋਬਾਈਲ ਤੇ ਜਿਹੜਾ ਹੈਗਾ ਦਾ ਲਿੰਕ ਸਾਬਤ ਹੋਇਆ। ਉਸ ਤੋਂ ਬਾਅਦ ਅਸੀਂ 5 ਤਰੀਕ ਨੂੰ ਇਹਦੇ 340 ਦਾ ਕੇਸ ਰਜਿਸਟਰ ਕੀਤਾ। ਕੇਸ ਰਜਿਸਟਰ ਕਰਕੇ ਇਨਵੈਸਟੀਗੇਟ ਕੀਤਾ ਤੇ ਮੁਕੱਦਮੇ 302 ਦਾ ਵਾਧਾ ਕੀਤਾ। 4 ਦੋਸ਼ੀ ਦੇ ਵਿੱਚ ਅਸੀਂ ਜਿਹੜੇ ਹੈਗਾ ਉਹ ਅਰੈਸਟ ਕਰ ਲਏ ਨੇ। ਇੱਕ ਗੱਡੀ ਬਰਾਮਦ ਦਾ। ਇਹ ਜਿਹੜਾ ਕਾਰਨ ਸੀ, ਇਹ ਕੁੜੀ ਜਿਹੜੀ ਜਸਪਿੰਦਰ ਕੌਰ ਸੀ, ਇਹਦੇ ਜਿਹੜਾ ਮੇਨ ਦੋਸ਼ੀ ਆ ਉਹਦੇ ਨਾਲ ਜਿਹੜਾ ਹੈਗਾ ਸੰਬੰਧ ਹੈਗੇ ਸੀ। ਇਹ ਦੋਨਾਂ ਦੀ ਮੈਰਿਜ ਦੀ ਗੱਲ ਚੱਲਦੀ ਸੀ, ਕੁੜੀ ਮੈਰਿਜ ਕਰਾਉਣਾ ਚਾਹੁੰਦੀ ਸੀ, ਇਹ ਜਿਹੜਾ ਮੈਰਿਜ ਨਹੀਂ ਕਰਵਾਉਣਾ ਚਾਹੁੰਦਾ ਸੀ। ਇਹਨੇ ਉਸ ਦਿਨ ਕੁੜੀ ਨੂੰ ਬੁਲਾਇਆ ਤੇ ਬੁਲਾ ਕੇ ਜਿਹੜਾ ਹੈਗਾ ਕੁੜੀ ਦਾ ਮਰਡਰ ਕਰਕੇ ਡੈਡ ਬੋਡੀ ਪਹਿਲਾਂ ਇਹਨਾਂ ਨੇ ਇੱਥੇ ਸਾੜੀ ਸਟੱਡ ਫਾਰਮ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਇੱਥੇ ਦਬਤੀ। ਇਹ ਸਟੱਡ ਫਾਰਮ ਇਹਨਾਂ ਦਾ ਆਪਦਾ ਹੀ ਸੀਗਾ ਜੀ? ਇਹ ਸਟੱਡ ਫਾਰਮ ਇਹਨਾਂ ਦਾ ਆਪਣਾ। ਤੇ ਇਹਨਾਂ ਦੇ ਨਾਲ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ? ਇਹ 4 ਦੋਸ਼ੀ ਜਿਹੜੇ ਹੈਗੇ ਅਸੀਂ ਇਹਦੇ ਵਿੱਚ ਅਰੈਸਟ ਕਰ ਰਹੇ ਨੇ। ਬਾਕੀ ਇਨਵੈਸਟੀਗੇਸ਼ਨ ਇਹ ਜਾਰੀ ਆ। ਇਹ ਪਰਮਪ੍ਰੀਤ ਸਿੰਘ, ਪਵਨਪ੍ਰੀਤ ਸਿੰਘ, ਏਕਮਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ। ਇਹਨਾਂ ਦੀ ਆਪਸ ਵਿੱਚ ਰਿਸ਼ਤੇਦਾਰੀ ਵੀ ਸੀ ਜੀ? ਇਹ ਸਾਰੇ ਫਰੈਂਡ ਸਰਕਲ ਚ ਨੇ, 2 ਸਕੇ ਭਰਾ ਨੇ। ਬਾਕੀ ਜਿਹੜੇ ਇਹਨਾਂ ਦੇ ਫਰੈਂਡ ਸਰਕਲ ਚ ਨੇ। ਤੇ ਲੜਕੀ ਤੇ ਲੜਕੇ ਦੀ ਵੀ ਆਪਸ ਚ ਕਹਿੰਦੇ ਕੋਈ ਦੂਰ ਨੇੜੇ ਦੀ ਹਾਂ, ਦੂਰ ਦੀ ਰਿਸ਼ਤੇਦਾਰੀ ਹੈਗੀ ਆ ਦੋਨਾਂ ਦੀ ਆਪਸ ਵਿੱਚ। ਤੇ ਸਰ ਮਰਡਰ ਜਦੋਂ ਲੜਕੀ 24 ਨੂੰ ਆਈ ਆ ਕਾਰ ਚ ਕਿੱਥੇ ਕੀਤਾ ਜਾਂ ਇੱਥੇ ਲਿਆ ਕੇ ਮਰਡਰ ਕੀਤਾ ਜੀ? ਨਹੀਂ, ਜਿਹੜੀ ਉਹਨਾਂ ਦੀ ਪੁੱਛਗਿੱਛ ਤੋਂ ਆਇਆ ਉਹ ਜਿਹੜਾ ਮਰਡਰ ਇਹਨਾਂ ਨੇ ਆਪਣਾ ਦੱਦਾਹੂਰ ਤੇ ਇਹ ਵੀ ਸਾਹਮਣੇ ਆ ਜੀ ਵੀ ਇਹਨਾਂ ਨੇ ਪਹਿਲਾਂ ਨਹਿਰ ਚ ਵੀ ਸਿੱਟਿਆ ਬੋਡੀ ਨੂੰ। ਬੋਡੀ ਜਿਹੜੀ ਉੱਥੋਂ ਦੱਦਾਹੂਰ ਇਹਨਾਂ ਨੇ ਜਿਹੜਾ ਕੁੜੀ ਦਾ ਮਰਡਰ ਕਰਕੇ ਢਹਿ ਪਈ ਤੇ ਸਹੌਲੀ ਦੇ ਵਿਚਕਾਰ ਨਹਿਰ ਸੁੱਟਿਆ। ਨਹਿਰ ਸੁੱਕੀ ਸੀ, ਠੀਕ ਹੈ ਕੁਝ ਪਾਣੀ ਨਹੀਂ ਆਇਆ। ਫਿਰ ਉਸ ਦਿਨ ਰਾਤ ਨੂੰ ਇਹਨਾਂ ਨੇ ਜਿਹੜਾ ਹੈਗਾ ਚੁੱਕ ਕੇ ਇੱਥੇ ਲਿਆਂਦੀ ਆਪਣੇ ਸਟੱਡ ਫਾਰਮ ਤੇ। ਇੱਥੇ ਪਰਾਲੀ ਦੇ ਵਿੱਚ ਉਹਨੂੰ ਸਾੜਿਆ। ਜਿਹੜੀ ਬਚ ਗਈ ਉਹ ਫਿਰ ਜਿਹੜੀ ਹੈਗੀ ਆ ਇੱਥੇ ਟੋਆ ਪੁੱਟ ਕੇ ਜੇਬੀਸੀ ਦੇ ਨਾਲ ਜਿਹੜੀ ਹੈਗੀ ਆ ਉਹ ਧਰਤੀ ਦੇ ਵਿੱਚ ਦਬਤੀ। 24 ਨੂੰ ਇੰਜਾਮ ਦਿੱਤਾ ਜਾਂ 25 ਨੂੰ? ਇਹ 24 ਦੀ 24 ਨੂੰ। ਲੜਕੀ ਨੇ 24 ਨੂੰ ਘਰੋਂ ਆਉਣ ਲੱਗਿਆ ਆਪਦਾ ਸੋਨਾ ਵੀ ਚੋਰੀ ਕੀਤਾ ਤੇ ਨਗਦੀ ਵੀ ਜੀ? ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ। ਉਹ ਇਨਵੈਸਟੀਗੇਟ ਕਰ ਰਹੇ ਹਾਂ। ਤੇ ਸਰ ਕੋਈ ਬਰਾਮਦਗੀ ਕੁਛ ਹੋਈ ਨਹੀਂ ਜੀ ਕਿਸੇ? ਨਹੀਂ, ਹਜੇ ਨਹੀਂ। 2 ਦਿਨ ਪਹਿਲੇ ਕੇਸ ਰਜਿਸਟਰ ਕੀਤਾ ਗਿਆ 122 ਨੰਬਰ ਪੁਲਿਸ ਸਟੇਸ਼ਨ ਸੁਧਾਰ ਦੇ ਵਿੱਚ। ਇਹਦੇ ਵਿੱਚ ਸ਼ਮਿੰਦਰ ਸਿੰਘ ਨਾਂ ਦੇ ਇੱਕ ਸ਼ਖਸ ਨੇ ਇਹ ਬਿਆਨ ਦਿੱਤਾ ਹੈ ਪੁਲਿਸ ਨੂੰ ਕਿ ਉਹਦੀ ਸਿਸਟਰ ਜਸਪਿੰਦਰ ਕੌਰ 24 ਸਾਲ ਉਮਰ ਦੀ ਉਹਦੇ ਘਰੋਂ ਚਲੀ ਗਈ ਸੀ ਔਰ ਉਹਨਾਂ ਨੇ ਸ਼ੱਕ ਜ਼ਾਹਰ ਕੀਤਾ 2 ਭਰਾਵਾਂ ਤੇ। ਉਹਨਾਂ ਵਿੱਚੋਂ ਇੱਕ ਪਰਮਪ੍ਰੀਤ ਸਿੰਘ ਜਿਹੜਾ ਉਹਦੇ ਨਾਲ ਇਨਵੋਲਵਡ ਸੀ, ਉਹਦੇ ਨਾਲ ਇਹ ਸੀ ਕਿ ਵੀ ਉਸ ਨੂੰ ਜਾਣ ਪਹਿਚਾਣ ਸੀ ਔਰ ਇਹ ਸ਼ੱਕ ਜ਼ਾਹਿਰ ਸੀ ਕਿ ਵੀ ਉਹ ਲੜਕੇ ਨੇ ਜਿਹੜਾ ਇਹਨੂੰ ਬਰਗਲਾ ਕਰਕੇ ਲੈ ਗਿਆ ਹੈ ਆਪਣੇ ਨਾਲ, ਔਰ ਉਹਦਾ ਬ੍ਰਦਰ ਜਿਹੜਾ ਹੈ ਪਵਨਪ੍ਰੀਤ। ਇਹਨਾਂ ਦੋਨੋਂ ਤੇ ਸ਼ੱਕ ਜ਼ਾਹਿਰ ਕੀਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਆਪਣੇ ਕੋਲੋਂ ਕੁਝ ਸੋਨਾ ਵਗੈਰਾ ਘਰੋਂ ਲੈ ਕੇ ਗਈ ਹੈ। ਸੋ ਇਸ ਆਧਾਰ ਦੇ ਵਿੱਚ ਪੁਲਿਸ ਵੱਲੋਂ ਪੁੱਛਗਿੱਛ ਜਿਹੜੀ ਹੈ ਸ਼ੁਰੂ ਕੀਤੀ ਗਈ ਔਰ ਉਸ ਤੇ ਸਾਫ਼ ਹੋਇਆ ਹੈ ਕਿ ਜਿਹੜਾ ਇਹ ਪਰਮਪ੍ਰੀਤ ਹੈ ਇਹਦੇ ਨਾਲ ਇਨਵੋਲਵਡ ਸੀ ਔਰ ਉਸ ਵੱਲੋਂ ਜਦੋਂ ਉਹਨਾਂ ਦੇ ਘਰੋਂ ਸੁਧਾਰ ਆਈ ਤੇ ਸੁਧਾਰ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਹੈ ਉਹਨੂੰ ਪਹਿਲੇ ਉਹਦਾ ਮਰਡਰ ਕਰ ਦਿੱਤਾ, ਚੁੰਨੀ ਦੇ ਨਾਲ ਉਹਦਾ ਗਲਾ ਘੋਂਟ ਕਰਕੇ, ਔਰ ਉਹਨੂੰ ਬਾਡੀ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਕੁਝ ਲੜਕੇ ਇਹਨਾਂ ਨੇ ਔਰ ਜੁਆਇਨ ਕੀਤੇ ਔਰ ਉਸ ਬਾਡੀ ਨੂੰ ਪਹਿਲੇ ਸਾੜਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਬਾਅਦ ਜਿਹੜਾ ਹੈ ਉਹਨੂੰ ਜਦੋਂ ਪੂਰੀ ਤਰੀਕੇ ਸੇ ਕਾਮਯਾਬ ਨਹੀਂ ਹੋਏ ਤੇ ਉਹਨਾਂ ਨੇ ਆਪਣੇ ਘਰ ਦੇ ਪਿਛਵਾੜੇ ਜੋ ਉਹਨਾਂ ਦੇ ਪਸ਼ੂਆਂ ਦਾ ਵਾੜਾ ਹੈ ਉੱਥੇ ਜਾ ਕਰਕੇ ਔਰ ਇਸ ਨੂੰ ਜਿਹੜਾ ਹੈ ਨੱਪ ਦਿੱਤਾ ਉਹਦੇ ਪਿੱਛੇ, ਜਿਹੜੀ ਕਿ ਅੱਜ ਪੁਲਿਸ ਵੱਲੋਂ ਜਿਹੜੇ 4 ਆਰੋਪੀ ਜੋ ਸੀ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਗਿਆ ਹੈ। ਇਹਨਾਂ ਵਿੱਚ ਪਰਮਪ੍ਰੀਤ 21 ਸਾਲ ਦਾ ਤੇ ਜਿਹੜਾ ਹੈ ਪਵਨਪ੍ਰੀਤ 24 ਸਾਲ ਦਾ, ਇਹ ਦੋਨੋਂ ਹੈ। ਔਰ ਇਹਦੇ ਵਿੱਚ ਇਹੀ ਪਤਾ ਚੱਲਿਆ ਹੈ ਕਿ ਵੀ ਇਹਨਾਂ ਦੇ ਆਪਸ ਵਿੱਚ ਅਫੇਅਰ ਹੋਣ ਤੋਂ ਬਾਅਦ ਲੜਕੀ ਦੇ ਵੱਲੋਂ ਇਹ ਦਬਾਅ ਪਾਇਆ ਜਾ ਰਿਹਾ ਸੀ ਕਿ ਵੀ ਇਹਦੇ ਨਾਲ ਹੁਣ ਆਪਣਾ ਜਿਹੜਾ ਹੈ ਵਿਆਹ ਕਰਾਵੇ ਔਰ ਉਸ ਤੋਂ ਬਚਣ ਦੇ ਲਈ ਇਹਨਾਂ ਨੇ ਜਿਹੜਾ ਇਹ ਕਾਰਾ ਸਾਰਾ ਕੀਤਾ ਹੈ। ਇਸ ਦੇ ਵਿੱਚ ਪੁਲਿਸ ਵੱਲੋਂ ਤਤਪਰਤਾ ਨਾਲ ਕਾਰਵਾਈ ਪੂਰੀ ਚੱਲ ਰਹੀ ਹੈ। ਹਾਲੇ ਅਸੀਂ ਇਨਵੈਸਟੀਗੇਸ਼ਨ ਕਰਦੇ ਪਏ, ਇਹਨਾਂ ਦੀ ਡਿਟੇਲਡ ਪੁੱਛਗਿੱਛ ਚੱਲ ਰਹੀ ਹੈ। ਇਹਨਾਂ ਨੂੰ ਕੱਲ ਜਿਹੜੇ 4 ਸ਼ਖਸ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ।
ਇਹਦੇ ਵਿੱਚ ਦੋ ਤਾਂ ਮੇਨ ਸ਼ਖਸ ਜਿਹੜੇ ਕਿ ਉਸਦੇ ਮੌਤ ਦੇ ਲਈ ਜ਼ਿੰਮੇਦਾਰ ਹੈ, ਜਿਨ੍ਹਾਂ ਨੇ ਉਹਦਾ ਮਰਡਰ ਕੀਤਾ, ਤੇ ਬਾਅਦ ਦੇ ਵਿੱਚ ਜਿਹੜੇ ਬਾਕੀ ਹੈ ਜਿਨ੍ਹਾਂ ਨੇ ਉਸकी ਡੈੱਡ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਮਦਦ ਕੀਤੀ। ਹਾਲੇ ਪੁੱਛਗਿੱਛ ਹੋਰ ਚੱਲ ਰਹੀ ਹੈ, ਹੋਰ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤੇ ਇਸ ਨੂੰ ਜਿਹੜਾ ਹੈ ਬਹੁਤ ਸੀਰੀਅਸਲੀ ਲੈ ਕਰਕੇ ਸਾਡੀ ਤਫਤੀਸ਼ ਚੱਲ ਰਹੀ ਹੈ ਅੱਗੇ। ਟੋਟਲ 4 ਹੀ ਆਰੋਪੀ ਸੀਗੇ। ਹਾਲੇ ਤੱਕ ਇਹਨਾਂ ਦੇ 4 ਬੰਦਿਆਂ ਦੀ ਇਹਦੇ ਵਿੱਚ ਸ਼ਮੂਲੀਅਤ ਪਤਾ ਚੱਲੀ ਹੈ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ। ਜੇਕਰ ਇਹਨਾਂ ਦੀ ਪੁੱਛਗਿੱਛ ਤੇ ਪਤਾ ਚੱਲਦਾ ਹੈ ਕਿ ਹੋਰ ਵੀ ਬੰਦੇ ਕੋਈ ਇਸ ਕ੍ਰਾਈਮ ਦੇ ਵਿੱਚ ਜਾਂ ਕਿਸੇ ਵੀ ਕਿਸਮ ਦੀ ਮਦਦ ਦੇ ਵਿੱਚ ਸ਼ਾਮਿਲ ਰਹੇ, ਉਹਨਾਂ ਸਾਰਿਆਂ ਨੂੰ ਵੀ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਜਾਏਗਾ। ਤੇ ਸਰ ਮਾਰਿਆ ਕਦੋਂ ਸੀਗਾ? ਇਹ ਪਤਾ ਚੱਲਿਆ ਹੈ ਕਿ ਇਹ 24 ਤਾਰੀਖ ਨੂੰ, ਜਿਸ ਤਾਰੀਖ ਨੂੰ ਇਹ ਆਪਣੇ ਘਰੋਂ ਜੋ ਹਟੂਰ ਦੇ ਵਿੱਚ ਹੈ ਰਸੂਲਪੁਰ ਪਿੰਡ, ਉੱਥੋਂ ਆਈ ਹੈ, ਉਸੇ ਦਿਨ ਜਦੋਂ ਇਹਨਾਂ ਨੂੰ ਮਿਲੀ ਹੈ ਉਸੇ ਦਿਨ ਇਹਦਾ ਕਤਲ ਕਰ ਦਿੱਤਾ ਗਿਆ ਇਹਨਾਂ ਦੇ ਵੱਲੋਂ, ਔਰ ਬਾਅਦ ਦੇ ਵਿੱਚ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਲਈ ਇਹਨਾਂ ਨੇ ਵੱਖ-ਵੱਖ ਤਰੀਕੇ ਅਪਣਾਏ। ਤੇ ਸਰ ਪਤਾ ਕਿੱਦਾਂ ਲੱਗਿਆ ਪੁਲਿਸ ਨੂੰ ਕਿ ਦੇਖੋ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ FIR ਉਹਦੇ ਬ੍ਰਦਰ ਵਗੈਰਾ ਨੇ ਦੱਸੀ, ਤੇ ਉਹਦੇ ਬਾਅਦ ਪੁਲਿਸ ਵੱਲੋਂ ਇਸ ਚੀਜ਼ ਨੂੰ ਸੀਰੀਅਸਲੀ ਲੈ ਕਰਕੇ ਪੁੱਛ ਪੜਤਾਲ ਕੀਤੀ ਗਈ, ਔਰ ਜਿਸ ਚੀਜ਼ ਤੇ ਕਲੀਅਰ ਹੋ ਗਈ ਗੱਲ ਕਿ ਵੀ ਅੱਛਾ, ਉਹਨਾਂ ਨੇ ਸ਼ੱਕ ਪਹਿਲੇ ਵੀ ਜ਼ਾਹਰ ਕੀਤਾ ਸੀ ਕਿ ਇਹ ਲੜਕੇ ਜਿਹੜੇ ਦੋਨੋਂ ਸ਼ਾਮਲ ਹੋ ਸਕਦੇ। ਮਤਲਬ ਕਿੰਨੇ ਦਿਨ ਦਫਨ ਰਹੀ ਡੈਡ ਬੋਡੀ? ਦੇਖੋ, ਇਹ 24 ਤਾਰੀਖ ਦੀ ਵਕੂਆ ਹੈ, ਉਸ ਤੋਂ ਵਿਚਾਲੇ ਹੋਰ ਵੀ 1-2 ਐਪੀਸੋਡਸ ਹਨ ਜਿਹੜੇ ਪੁਲਿਸ ਕਲੀਅਰ ਕਰਦੀ ਪਈ ਹੈ ਕਿ ਵੀ ਇਹਨਾਂ ਨੇ ਪਹਿਲੇ ਕਿਤੇ ਬਾਡੀ ਨੂੰ ਹੋਰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ, ਬਾਅਦ ਦੇ ਵਿੱਚ ਫਿਰ ਸਾੜਨ ਦੀ ਕੋਸ਼ਿਸ਼ ਕਰੀ, ਫਿਰ ਇਹਨਾਂ ਨੇ ਜਿਹੜਾ ਉਹਨੂੰ ਜਾ ਕਰਕੇ ਔਰ ਨੱਪ ਦਿੱਤਾ। ਇਹਦੇ ਵਿੱਚ ਕੋਈ JCB ਦੀ ਵੀ ਇਹਨਾਂ ਨੇ ਹੈਲਪ ਲਈ ਹੈ। ਉਹ ਸਾਰੇ ਦੇ ਵਿੱਚ ਜਿਹੜੇ ਬੰਦੇ ਸ਼ਾਮਿਲ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ, ਔਰ ਹਾਲੇ ਜੇਕਰ ਹੋਰ ਵੀ ਕੋਈ ਹਾਲਾਤ ਸਾਹਮਣੇ ਆਉਂਦੇ, ਤਫਤੀਸ਼ ਚੱਲਦੀ ਪਈ ਹੈ। ਕੱਲ ਰਾਤ ਹੀ ਅਰੈਸਟ ਹੋਈ ਹੈ ਆਰੋਪੀਆਂ ਦੀ, 4 ਆਰੋਪੀ ਜਿਹੜੇ ਵਿੱਚ ਅਰੈਸਟ ਹੋ ਗਏ ਹਨ, ਔਰ ਇਹਦੇ ਵਿੱਚ ਅਸੀਂ ਜਲਦ ਤੋਂ ਜਲਦ ਸਾਰੇ ਜਿਹੜੇ ਜੋ ਵੀ ਇਨਵੋਲਵ ਬੰਦੇ ਉਹਨਾਂ ਸਾਰਿਆਂ ਨੂੰ ਅਰੈਸਟ ਕਰਕੇ ਪ੍ਰੋਪਰ ਤਫਤੀਸ਼ ਕਨਕਲੂਡ ਕਰਨੀ। ਸਰ ਜਿਹੜੇ ਬੰਦੇ ਅਰੈਸਟ ਕੀਤੇ ਇਹਨਾਂ ਦਾ ਕੋਈ ਪਹਿਲਾਂ ਤਾਂ ਨਹੀਂ ਕ੍ਰਿਮੀਨਲ ਰਿਕਾਰਡ? ਨਹੀਂ, ਹਾਲੇ ਤੱਕ ਜਿਹੜਾ ਇਸ ਚੀਜ਼ ਦੀ ਪੂਰੀ ਡਿਟੇਲ ਮੇਰੇ ਕੋਲ ਮੌਜੂਦ ਨਹੀਂ ਹੈ, ਪਰ ਇਸ ਚੀਜ਼ ਦੇ ਵਿੱਚ ਵੀ ਪਿਛੋਕੜ ਇਹਨਾਂ ਦਾ ਚੈੱਕ ਕਰ ਲਿਆ ਜਾਏਗਾ।